ਤੁਹਾਡੇ ਨਾਲ ਹਰ ਹਫ਼ਤੇ ਇੱਕ ਵਾਰ ਗੱਲ ਕਰੂੰਗਾ, ਇਸ ਲਈ ਕਿ ਤੁਸੀਂ ਮੈਨੂੰ ਸੋਸ਼ਲ ਮੀਡੀਆ 'ਤੇ ਬਹੁਤ ਸਵਾਲ ਕਰਦੇ ਹੋ, ਬਹੁਤ ਗੱਲਾਂ ਦੱਸਦੇ ਹੋ, ਔਰ ਉਹ ਕਦੇ 400 ਕਦੇ 500 ਇਹੋ ਜਿਹੇ ਸਵਾਲ ਆ ਜਾਂਦੇ ਨੇ। ਮੇਰੇ ਵਾਸਤੇ ਬਹਿ ਕੇ ਇਕੱਲੇ ਦਾ ਦੇਣਾ ਔਖਾ ਹੋ ਜਾਂਦਾ ਹੈ। ਤਾਂ ਮੈਂ ਆਪਣੇ ਦਫ਼ਤਰ ਨੂੰ ਕਿਹਾ ਸੀ ਕਿ ਇਹ ਸੋਸ਼ਲ ਮੀਡੀਆ ਦੇ ਵਿੱਚੋਂ ਤੁਸੀਂ ਦੇਖੋ, ਜਿਹੜੇ ਕਿਸੇ ਮੁੱਦੇ 'ਤੇ ਜ਼ਿਆਦਾ ਤੋਂ ਜ਼ਿਆਦਾ ਸਵਾਲ ਹੋਣ, ਉਹ ਮੁੱਦੇ ਤੁਸੀਂ ਮੈਨੂੰ ਲਿਸਟ ਕਰ ਦਿਓ ਅਤੇ ਮੈਂ ਉਹਦਾ ਜਵਾਬ ਦੇ ਦਿਆ ਕਰਾਂਗਾ ਇੱਕ ਵਾਰ ਹਫ਼ਤੇ 'ਚ। ਤਾਂ ਪਹਿਲੀ ਗੱਲ ਤਾਂ ਤੁਹਾਡੇ ਜਿਹੜੇ ਬਾਰ ਆਉਂਦੀ ਹੈ ਗੱਲ ਕਿ ਸਾਨੂੰ ਕੋਵਿਡ ਦੇ ਬਾਰੇ ਦੱਸੋ ਕਿ ਕੀ ਆਪਣਾ ਹੋ ਰਿਹਾ ਹੈ, ਕੀ ਕੈਸੇ ਚੱਲ ਰਿਹਾ ਪੰਜਾਬ ਦੇ ਵਿੱਚ। ਤੁਹਾਨੂੰ ਪਤਾ ਹੈ ਇਹ ਸ਼ੁਰੂਆਤ ਹੋਈ ਸੀ ਜਦੋਂ ਸਾਡੇ NRI ਬਾਹਰੋਂ ਆਏ ਸੀ, ਉੱਥੋਂ ਪਹਿਲਾਂ ਨਵਾਂ ਸ਼ਹਿਰ ਦੇ ਵਿੱਚ, ਫਿਰ ਹੁਸ਼ਿਆਰਪੁਰ ਦੇ ਵਿੱਚ। ਉਹ ਤੋਂ ਬਾਅਦ ਫਿਰ ਇਹ ਹੋਈ ਸੀ ਜਦ ਉਹ ਕਾਬੂ ਆ ਗਿਆ ਸੀ ਕੁਛ ਹੱਦ ਤੱਕ। ਫਿਰ ਸਾਡੇ ਜਿਹੜੇ ਆਏ ਸੀ ਇੱਥੋਂ ਨੰਦੇੜ ਸਾਹਿਬ ਤੋਂ, ਉੱਥੋਂ ਜਦੋਂ ਕੋਈ ਤਕਰੀਬਨ 4200 ਦਾ ਬੰਦੇ ਉੱਥੋਂ ਆਏ ਸੀ। 3000 ਤੋਂ ਉੱਪਰ ਆਏ ਸੀ ਰਾਜਸਥਾਨ 'ਚ, ਜਿਹੜੇ ਸਾਡੇ ਬੰਦੇ ਗਏ ਸੀ ਉੱਥੇ ਸਰੋਂ ਵੱਢਣ ਵਾਸਤੇ, ਔਰ ਕੁਛ ਆਏ ਸੀ ਇੱਧਰਲੇ ਪਾਸਿਓਂ ਆਪਣੇ ਕੋਟਾ ਤੋਂ, ਜੋ ਉੱਥੇ ਆਪਣੇ ਕੋਰਸ ਵਗੈਰਾ ਕਰ ਰਹੇ ਸੀ। ਉੱਥੋਂ ਆ ਗਏ ਸੀ ਕੋਈ 17-18 ਬੰਦੇ ਜਿਹੜੇ ਇਹ ਪੋਜ਼ੀਟਿਵ ਨਿਕਲੇ। ਇਹਦੇ ਵਿੱਚੋਂ ਇਹ 4200 ਕੁਛ ਚੋਂ ਜਿਹੜੇ ਨੰਦੇੜ ਤੋਂ ਆਏ, ਤੋਂ ਮਹਾਰਾਸ਼ਟਰ ਤੋਂ ਆਏ ਸੀ, 1250 ਬੰਦੇ ਪੋਜ਼ੀਟਿਵ ਨਿਕਲੇ, ਤਕਰੀਬਨ 25% ਜਿਹਨਾਂ ਦੇ ਵਿੱਚੋਂ। ਹੁਣ ਇਹ ਬਹੁਤ ਚੀਜ਼ ਮਹਾਰਾਸ਼ਟਰ ਦੇ ਵਿੱਚ ਬਹੁਤ ਫੈਲੀ ਹੋਈ ਹੈ। ਔਰ ਕੋਈ ਜਦ ਗਿਆ ਸੀ ਮੱਥਾ ਟੇਕਣ ਹਜ਼ੂਰ ਸਾਹਿਬ, ਨੰਦੇੜ ਸ਼ਹਿਰ ਹੈ ਬਹੁਤ ਵੱਡਾ, ਉਹਦੇ ਵਿੱਚ ਗਿਆ ਹੋਣਾ ਹੈ, ਤਾਂ ਇਹ ਚੀਜ਼ਾਂ ਉੱਥੇ ਹੋ ਗਈਆਂ। ਲੇਕਿਨ ਅੱਜ ਖੁਸ਼ੀ ਹੈ ਮੈਨੂੰ ਕਹਿੰਦੇ ਕਿ ਉਸ ਨੂੰ ਅਸੀਂ ਕੰਟਰੋਲ 'ਚ ਲਿਆਏ। ਲੋਕ ਅਸੀਂ ਕੁਆਰੰਟੀਨ 'ਚ ਕੀਤੇ, ਉਹਨਾਂ ਦੀ ਬੜੀ ਟੈਸਟਿੰਗ ਕੀਤੀ, ਉਹਨਾਂ ਦਾ ਇਲਾਜ ਵਗੈਰਾ ਕੀਤਾ, ਔਰ ਬਹੁਤ ਹੱਦ ਤੱਕ ਇਹ ਕੰਟਰੋਲ 'ਚ ਆਇਆ ਹੋਇਆ ਇਸ ਵੇਲੇ। ਸਾਡੇ ਖੁਸ਼ੀ ਇਸ ਗੱਲ ਦੀ ਹੈ ਕਿ ਜਿਹੜੇ ਮੈਂ ਤੁਹਾਨੂੰ ਦੱਸਿਆ ਸੀ ਇੱਕ ਵਾਰ ਕਿ ਜਿਹੜੇ ਇਹ ਜਦੋਂ ਸਪਾਈਕ ਆਈ ਸੀ ਨਾ ਨੰਦੇੜ ਤੋਂ, ਮਹਾਰਾਸ਼ਟਰ ਤੋਂ ਜਿਹੜੇ ਲੋਕ ਆਏ ਸੀ, ਉਹ ਚਲਿਆ ਗਿਆ ਸੀ 905 ਤੱਕ। ਜਿਹੜੇ ਬੰਦੇ ਇੱਕਦਮ ਤੁਹਾਡੀ ਸਪਾਈਕ ਇਹੋ ਜਿਹੀ ਆਈ ਕਿ 905 ਦੇ ਕਰੀਬ ਪੇਸ਼ੈਂਟ ਤੁਹਾਡੇ ਪੋਜ਼ੀਟਿਵ ਨਿਕਲੇ ਉਹਦੇ 'ਚ। ਹੁਣ ਉਹ ਸਾਰਾ ਕੰਟਰੋਲ 'ਚ ਆ ਗਿਆ। ਉਹਨਾਂ ਵਿੱਚੋਂ ਕਈ ਤਾਂ ਵਾਪਸ ਉਹਨਾਂ ਦੀ ਇਲਾਜ ਹੋ ਕੇ ਘਰਾਂ ਚਲੇ ਗਏ, ਥੋੜ੍ਹੇ ਜਿਹੇ ਰਹਿ ਗਏ। ਅੱਜ ਮੈਂ ਸਮਾਂ ਉਹਦੇ ਵਿੱਚੋਂ 17 ਬੰਦੇ ਸੇ ਕਪੂਰਥਲਾ ਰਾਣਾ ਗੁਰਜੀਤ ਜੀ ਨੇ ਉੱਥੋਂ ਉਹਨਾਂ ਨੂੰ ਹੌਸਪੀਟਲ ਤੋਂ ਲੈ ਕੇ ਉਹਨਾਂ ਨੂੰ ਵਿਦਾ ਆਪਣੇ ਪਿੰਡਾਂ ਨੂੰ ਕੀਤਾ। ਉਹ ਠੀਕ ਹੋ ਰਹੇ ਨੇ ਉੱਥੇ। ਅੱਜ ਜਿਹੜੇ ਸਾਡੇ ਰਿਕਾਰਡ 'ਚ ਆਉਂਦਾ ਡੇਲੀ, ਉਹ ਇਹ ਹੈ ਕਿ 13 ਮਈ ਨੂੰ ਉਹ ਜਿਹੜੇ 900 ਦੇ ਕਰੀਬ ਸੀ, ਉਹ 13-10 'ਤੇ ਪਹੁੰਚ ਗਿਆ। 14 ਮਈ ਨੂੰ 11, ਅੱਜ 13, ਔਰ ਟੋਟਲ ਸਾਡਾ 1932 ਸਾਡੇ ਕੋਵਿਡ ਸ਼ੁਰੂ ਤੋਂ ਹੀ, ਜਦ ਤੋਂ ਸ਼ੁਰੂ ਹੋਇਆ 1932 ਬੰਦਿਆਂ ਨੂੰ ਹੋਇਆ ਸੀ। ਲੇਕਿਨ ਹੁਣ ਇਹ 10, 11, 13 ਇਸ ਲਾਈਨ 'ਤੇ ਚੱਲਦਾ। ਔਰ ਇੱਕ ਸਪਾਈਕ ਜਦੋਂ ਆਇਆ ਸੀਗਾ, ਜਿਹੜੇ ਮਹਾਰਾਸ਼ਟਰ ਆਏ ਥੇ ਜਾਂ ਰਾਜਸਥਾਨ ਤੋਂ ਆਏ ਸੀ, ਉਦੋਂ ਵੀ ਸਾਡਾ 7, 8, 6 ਇਸ ਤਰੀਕੇ ਨਾਲ ਚੱਲ ਰਿਹਾ ਸੀ, ਹਿੰਦੁਸਤਾਨ ਤੋਂ ਸਭ ਤੋਂ ਘੱਟ। ਔਰ ਇਹ ਆંકੜੇ ਦੇਖੋ, ਇਹ ਬੜੇ ਮੈਂ ਤੁਹਾਨੂੰ ਦੱਸਣਾ ਇਸ ਲਈ ਚਾਹੁੰਦਾ ਕਿਉਂਕਿ ਸਾਡੇ ਸਭ ਤੋਂ ਜ਼ਿਆਦਾ ਜਿਹੜੇ NRI ਨੇ ਦੁਨੀਆ ਦੇ ਵਿੱਚ, ਉਹ ਹੈ ਜਾਂ ਤਾਂ ਤਾਮਿਲਨਾਡੂ ਤੋਂ, ਜਾਂ ਗੁਜਰਾਤ ਤੋਂ, ਜਾਂ ਪੰਜਾਬ ਤੋਂ। ਔਰ ਅੱਜ ਤਾਮਿਲਨਾਡੂ ਦੇ ਵਿੱਚ 10,108 ਤੁਹਾਡੇ ਮਰੀਜ਼ ਨੇ ਇਸ ਬਿਮਾਰੀ ਦੇ, ਗੁਜਰਾਤ ਦੇ ਵਿੱਚ 9,932, ਔਰ ਪੰਜਾਬ ਦੇ ਵਿੱਚ 1932। ਤਾਂ ਦੇਖੋ ਕਿੱਥੋਂ ਕਿੱਥੇ ਤਾਈਂ ਇਹ ਆ ਗਿਆ ਕੰਮ। ਜਿਹੜੇ ਮੌਤਾਂ ਹੋਈਆਂ ਨੇ ਮਹਾਰਾਸ਼ਟਰ ਆਪਣੇ ਗੁਜਰਾਤ ਦੇ ਵਿੱਚ 606, ਤਾਮਿਲਨਾਡੂ ਵਿੱਚ 71, ਔਰ ਆਪਣੇ 32। ਆਪਾਂ 2% ਹੈ ਉਹਦੇ ਕਰੀਬ। ਔਰ ਤੀਸਰਾ ਜਿਹੜਾ ਡਬਲਿੰਗ ਹੁੰਦੀ ਹੈ ਨਾ, ਕਿ ਹਰ ਕਿੰਨੇ ਦਿਨਾਂ ਬਾਅਦ ਅਗਰ ਅੱਜ 10 ਨੇ ਤਾਂ 20 ਕਦੋਂ ਹੋ ਜਾਣਗੇ, ਜਾਂ 30 ਕਦੋਂ, ਜਾਂ ਉਹ 20 ਤੋਂ ਫਿਰ 40 ਕਦੋਂ ਹੋ ਜਾਣਗੇ। ਉਹ ਪੰਜਾਬ ਦੇ ਵਿੱਚ 44 ਦਿਨਾਂ ਬਾਅਦ ਇਹ ਡਬਲਿੰਗ ਹੋ ਰਹੀ ਹੈ, ਜਿੱਥੇ ਮਹਾਰਾਸ਼ਟਰ ਵਿੱਚ 11 ਦਿਨਾਂ ਬਾਅਦ ਔਰ ਤਾਮਿਲਨਾਡੂ ਵਿੱਚ 9 ਦਿਨਾਂ ਬਾਅਦ। ਤਾਂ ਗੈਪ ਵੀ ਹੈ, ਬਿਮਾਰੀ ਵੀ ਅਸੀਂ ਕਾਬੂ ਕਰ ਰਹੇ ਹਾਂ। ਔਰ ਇਹ ਚੀਜ਼ਾਂ ਬੜੀਆਂ ਅਹਿਮ ਹੁੰਦੀਆਂ ਨੇ ਇਸ ਬਿਮਾਰੀ ਦੇ ਵਿੱਚ। ਮਹਾਰਾਸ਼ਟਰ ਦੇਖ ਲਓ ਕਿੰਨੀ ਬੁਰੀ ਤਰ੍ਹਾਂ ਫਸਿਆ ਹੋਇਆ ਇਸ ਕੰਮ 'ਚ। 19,100 ਬੰਦਿਆਂ ਨੂੰ ਕੋਵਿਡ ਹੋਇਆ ਔਰ 1,066 ਦੀ ਮੌਤਾਂ ਹੋਈਆਂ ਨੇ। ਇਹ ਬੜੀ ਸਾਨੂੰ, ਔਰ 11 ਦਿਨ 'ਚ ਡਬਲਿੰਗ ਇਹ ਕਰ ਰਹੇ ਨੇ। ਤਾਂ ਸਾਡਾ ਪੰਜਾਬ ਦਾ ਇਹ ਆંકੜੇ ਬਹੁਤ ਸਹੀ ਆ ਰਹੇ ਨੇ ਇਸ ਵੇਲੇ। ਲੇਕਿਨ ਇਹ ਸਾਰੀ ਤੁਹਾਡੀ ਮਿਹਰਬਾਨੀ ਹੈ। ਦੇਖੋ ਅਸੀਂ ਤਾਂ ਕਹਿ ਸਕਦੇ ਹਾਂ, ਮੈਂ ਤੁਹਾਨੂੰ ਬੇਨਤੀ ਕਰ ਸਕਦਾ, ਅੰਤ ਵਿੱਚ ਤਾਂ ਤੁਸੀਂ ਉਹ ਕਰਨਾ ਹੈ।
ਤੁਸੀਂ ਉਹ ਜਿਹੜੀਆਂ ਚੀਜ਼ਾਂ ਅਸੀਂ ਦਸੀਆਂ ਨੇ ਤੁਹਾਨੂੰ ਕਿ ਸੋਸ਼ਲ ਡਿਸਟੈਂਸਿੰਗ ਰੱਖੋ, ਹੱਥ ਧੋ ਵਗੈਰਾ ਜੋ ਡਾਕਟਰ ਕਰਦੇ ਨੇ, ਤੁਸੀਂ ਕਰ ਰਹੇ ਹੋ, ਤਾਂ ਹੀ ਆਹ ਕੰਮ ਐਸੇ ਬਣ ਰਿਹਾ। ਔਰ ਇਸ ਕਰਕੇ ਮੈਂ ਸੋਚਿਆ ਕਿ ਕਈ ਚੀਜ਼ਾਂ ਆਪਾਂ ਨੂੰ ਕਰਨੀਆਂ ਚਾਹੀਦੀਆਂ ਨੇ ਜੋ ਮੈਂ ਥੋੜ੍ਹੀ ਦੇਰ ਬਾਅਦ ਤੁਹਾਨੂੰ ਦੱਸੂੰਗਾ। ਲੇਕਿਨ ਇਹ ਕੁਛ ਹੋਰ ਇਹਦੇ ਥੋੜ੍ਹੇ ਸਵਾਲ ਸੇ, ਜੈਸੇ 50,000 ਬੰਦੇ ਅੱਜ ਸਾਨੂੰ ਪੰਜਾਬ ਛੱਡ ਕੇ ਬਿਹਾਰ ਤੋਂ, ਝਾਰਖੰਡ ਤੋਂ, ਯੂਪੀ ਤੋਂ ਵਾਪਸ ਆਪਣੇ ਘਰਾਂ 'ਚ ਜਾਂ ਉੱਤਰਾਖੰਡ ਤੋਂ ਜਾਣਾ ਚਾਹੁੰਦੇ ਨੇ, ਉੜੀਸਾ ਤੋਂ ਵੀ ਆਏ ਹੋਏ ਨੇ। ਅਤੇ ਮੈਂ ਉਹਨਾਂ ਨੂੰ ਅਸੀਂ ਉਹਨਾਂ ਦੀ ਟ੍ਰੇਨਾਂ ਕਰ ਰਹੇ ਹਾਂ। ਅੱਜ ਦੇ ਦਿਨ ਤਕਰੀਬਨ ਹੋ ਗਈਆਂ ਨੇ 130 ਟ੍ਰੇਨਾਂ ਆਪਣੀਆਂ ਜਾ ਚੁੱਕੀਆਂ ਨੇ। ਉਹਨਾਂ ਨੂੰ ਲਿਜਾ ਕੇ 17 ਤੋਂ 18 ਟ੍ਰੇਨਾਂ ਅਸੀਂ ਡੇਲੀ ਭੇਜ ਰਹੇ ਹਾਂ। ਔਰ ਇਸ ਵੇਲੇ 84 ਟ੍ਰੇਨਾਂ ਯੂਪੀ ਜਾ ਚੁੱਕੀਆਂ ਔਰ 32 ਟ੍ਰੇਨਾਂ ਬਿਹਾਰ ਜਾ ਚੁੱਕੀਆਂ ਨੇ, ਜੋ ਅਸੀਂ ਪੰਜਾਬ ਦੇ ਲੋਕ ਅਸੀਂ ਇਹਦਾ ਪੇਮੈਂਟ ਕਰ ਰਹੇ ਹਾਂ ਤਾਂ ਕਿ ਉਹਨਾਂ ਨੂੰ ਅਸੀਂ ਘਰ ਪਹੁੰਚਾ ਸਕੀਏ। ਉਹਨਾਂ ਨੇ ਸੇਵਾ ਕੀਤੀ ਆਪਣੇ ਸੂਬੇ ਦੀ ਔਰ ਸਾਡੀ ਡਿਊਟੀ ਬਣਦੀ ਹੈ। ਇਸੀ ਹਾਲ ਨਾਲ ਸਾਡੇ ਪੰਜਾਬੀ ਜਿਹੜੇ ਬਾਹਰ ਬੈਠੇ ਨੇ, 60,000 ਪੰਜਾਬੀ ਹਿੰਦੁਸਤਾਨ ਦੇ ਹੋਰ ਸੂਬਿਆਂ 'ਚੋਂ ਵਾਪਸ ਆਉਣਾ ਚਾਹੁੰਦੇ ਆ ਔਰ ਡਿਊਟੀ ਬਣਦੀ ਆ ਉਹ ਸੂਬਿਆਂ ਦੀ ਭੇਜਣ ਨੂੰ। ਲੇਕਿਨ ਅਗਰ ਉਹ ਨਹੀਂ ਭੇਜਣਗੇ ਤਾਂ ਅਸੀਂ ਉਹਨਾਂ ਨੂੰ ਲੈ ਕੇ ਆਵਾਂਗੇ। ਸਾਡੇ ਪੰਜਾਬੀ ਨੇ ਅਤੇ ਅਸੀਂ ਉਹਨਾਂ ਨੂੰ ਉੱਥੇ ਨਹੀਂ ਛੱਡਾਂਗੇ ਅਗਰ ਆਉਣਾ ਚਾਹੁੰਦੇ ਨੇ। ਅੱਜ ਤੁਸੀਂ ਇੱਕ ਸਵਾਲ ਮੈਨੂੰ ਇਹ ਵੀ ਕੀਤਾ ਸੀ ਕਿ ਬਾਹਰੋਂ ਅਸੀਂ ਆਉਣਾ ਚਾਹੁੰਦੇ ਹਾਂ। ਗਵਰਨਮੈਂਟ ਆਫ ਇੰਡੀਆ ਇਹਦੇ ਜਹਾਜ਼ ਕਈ ਜਹਾਜ਼ ਬੁਕਿੰਗ ਕੀਤੀ ਹੈ ਉਹਨਾਂ ਨੇ। 174 ਤਾਂ ਪਹਿਲਾਂ ਜਹਾਜ਼ ਕੀਤੇ ਨੇ, ਹੁਣ ਹੋਰ ਕਰਨ ਲੱਗੇ ਨੇ। ਔਰ ਜਿੱਥੇ ਵੀ ਸਾਡੇ ਹਿੰਦੁਸਤਾਨੀ ਬੈਠੇ ਨੇ ਔਰ ਆਉਣਾ ਚਾਹੁੰਦੇ ਨੇ, ਔਰ ਤੁਸੀਂ ਪੰਜਾਬੀਓ ਜਿਹੜੇ ਬਾਹਰ ਬੈਠੇ ਔਰ ਆਉਣਾ ਚਾਹੁੰਦੇ ਹੋ, ਆਪਣੇ ਕੌਂਸਲ ਜਨਰਲ ਨੂੰ ਤੁਸੀਂ ਜਾ ਕੇ ਦੱਸੋ ਕੌਂਸੂਲੇਟ ਵਿੱਚ ਕਿ ਤੁਸੀਂ ਆਉਣਾ ਚਾਹੁੰਦੇ ਹੋ, ਨਾਮ ਨੋਟ ਕਰਾ ਲਓ ਤਾਂ ਕਿ ਤੁਸੀਂ ਵੀ ਉਸ ਜਹਾਜ਼ ਦੇ ਵਿੱਚ, ਅਸੀਂ ਉਹਨਾਂ ਨੂੰ ਦੱਸ ਦਾਂਗੇ, ਤੁਸੀਂ ਵੀ ਉਹ ਜਹਾਜ਼ ਦੇ ਵਿੱਚ ਆ ਸਕੋ ਵਾਪਸ। ਤਾਂ ਇਹ ਹੈ, ਜਦ ਆਓਗੇ ਤੁਸੀਂ ਪੁੱਛ ਰਹੇ ਹੋ ਮੈਨੂੰ ਸਾਡਾ ਕੁਆਰੰਟੀਨ ਹੋਏਗਾ, ਤੁਹਾਡਾ ਟੈਸਟਿੰਗ ਹੋਏਗੀ ਤੁਹਾਡੀ, ਔਰ ਕੁਆਰੰਟੀਨ 14 ਦਿਨ ਦੀ। ਅਗਰ ਤਾਂ ਤੁਸੀਂ ਪੋਜ਼ੀਟਿਵ ਹੋ ਫਿਰ ਤਾਂ ਤੁਹਾਨੂੰ ਜਾਣਾ ਪਵੇਗਾ ਇਨਟੂ ਹੌਸਪੀਟਲ, ਜਿੱਥੇ ਤੁਹਾਡੇ ਆਪਣਾ ਇਲਾਜ ਕਰਾਉਣਾ ਔਰ ਤੁਸੀਂ ਇਲਾਜ ਤੋਂ ਬਾਅਦ ਆਪਣੇ ਘਰ ਜਾ ਸਕੋਗੇ। ਜਿਨ੍ਹਾਂ ਨੂੰ ਸਿਰਫ ਏਸਿਮਟੋਮੈਟਿਕ ਹੋ ਜਾਂ ਕੁਛ ਬਿਮਾਰੀ ਨਹੀਂ ਹੈ, ਉਹਨਾਂ ਨੂੰ ਅਸੀਂ ਘਰ ਭੇਜ ਦਾਂਗੇ ਕੁਆਰੰਟੀਨ ਵਾਸਤੇ। ਤੁਸੀਂ ਘਰਾਂ 'ਚ ਬੈਠੋ ਔਰ ਤੁਹਾਨੂੰ 14 ਦਿਨ ਉੱਥੇ ਬਿਤਾਉਣੇ ਪੈਣਗੇ। ਫਿਰ ਤੁਹਾਡਾ ਟੈਸਟ ਹੋਊ, ਅਗਰ ਤੁਸੀਂ ਠੀਕ ਹੋ ਫਿਰ ਤੁਸੀਂ ਆਪਣੀ ਇਹ ਕੁਆਰੰਟੀਨ ਦਾ ਕੰਮ ਤੁਹਾਡਾ ਬੰਦ ਹੋ ਜਾਊਗਾ। ਇਹ ਗੱਲਾਂ ਤੁਸੀਂ ਮੈਨੂੰ ਇਹ ਪੁੱਛੀਆਂ ਨੇ ਕੋਵਿਡ ਦੇ ਬਾਰੇ, ਇਹ ਮੈਂ ਤੁਹਾਨੂੰ ਦੱਸਿਆ। ਬਾਹਰੋਂ ਇਸ ਵੇਲੇ ਜੈਸੇ ਮੈਂ ਤੁਹਾਨੂੰ ਦੱਸਿਆ 60,000 ਤੱਕ ਕਰੀਬ ਪੰਜਾਬੀ ਬਾਹਰੋਂ ਹਿੰਦੁਸਤਾਨ ਦੇ ਸੂਬਿਆਂ ਤੋਂ ਆਉਣਾ ਚਾਹੁੰਦੇ। ਲੇਕਿਨ ਇਹ 60 ਤਾਂ ਬਹੁਤ ਅੱਗੇ ਵੱਧ ਸਕਦਾ ਹੈ। ਇਹ ਤਾਂ ਸਿਰਫ ਸਾਡੇ ਵੈਬਸਾਈਟ 'ਤੇ ਆਇਆ ਔਰ ਵੈਬਸਾਈਟ ਤੋਂ ਇਲਾਵਾ ਕਈਆਂ ਨੂੰ ਤਾਂ ਪਤਾ ਵੀ ਨਹੀਂ ਹੋਣਾ ਕਿ ਸਾਡਾ ਵੈਬਸਾਈਟ ਕੀ ਹੈ ਕਿਤੇ ਨਹੀਂ। ਜਿਹੜੇ ਕੋਈ ਰਹਿ ਜਾਂਦੇ ਹੋ ਤੁਸੀਂ, ਅਗਰ ਤੁਸੀਂ ਆਉਣਾ ਚਾਹੁੰਦੇ ਹੋ ਸਾਨੂੰ ਦੱਸ ਦਿਓ, ਅਸੀਂ ਤੁਹਾਨੂੰ ਲਿਆਵਾਂਗੇ। ਔਰ ਜਿਹੜੇ ਵਿਦੇਸ਼ਾਂ ਤੋਂ ਆ ਰਹੇ ਨੇ, ਜੋ ਸਾਨੂੰ ਖਬਰ ਆਈ ਹੈ ਐਕਸਟਰਨਲ ਅਫੇਅਰਸ ਮਿਨਿਸਟਰੀ ਤੋਂ ਕਿ ਤਕਰੀਬਨ 20,000 ਦੇ ਕਰੀਬ ਆਪਣੇ ਪੰਜਾਬੀ ਇੱਥੇ ਵਾਪਸ ਆਉਣਾ ਚਾਹੁੰਦੇ ਨੇ। ਤਾਂ ਜੈਸੇ ਮੈਂ ਤੁਹਾਨੂੰ ਦੱਸਿਆ ਆਪਣੇ ਕੌਂਸੂਲੇਟਾਂ ਨੂੰ ਆਪਣਾ ਨਾਂ ਪਹੁੰਚਾਓ ਜ਼ਰੂਰ। ਸਕੂਲਾਂ ਦੇ ਬਾਰੇ ਦੇਖੋ, ਇਹ ਬੜੀ ਸਕੂਲਾਂ ਦੇ ਵਿੱਚ ਇਹ ਬਿਮਾਰੀਆਂ ਫੈਲ ਸਕਦੀਆਂ ਨੇ, ਵਾਇਰਲ ਹੁੰਦੀਆਂ ਨੇ, ਕਈ ਚੀਜ਼ਾਂ ਹੁੰਦੀਆਂ ਨੇ। ਦੇਖੋ ਆਪਣੇ ਚਿਕਨ ਪੌਕਸ ਹੁੰਦੀ ਹੈ, ਮੰਪਸ ਹੁੰਦੇ ਨੇ, ਇੱਕ ਬੱਚੇ ਤੋਂ ਦੂਜੇ ਬੱਚੇ, ਤੀਜੇ ਬੱਚੇ, ਚੌਥੇ ਬੱਚੇ ਤੱਕ ਜਾ ਸਕਦੀਆਂ ਨੇ। ਔਰ ਤਾਂ ਹੀ ਉਹ ਸਕੂਲਾਂ ਵਿੱਚ ਵੀ ਕੋਈ ਹੋ ਜਾਏ ਜੋ ਬੋਰਡਿੰਗ ਸਕੂਲ ਨੇ ਉੱਥੇ ਕੁਆਰੰਟੀਨ ਦੇ ਵਿੱਚ ਪਾ ਦਿੰਦੇ ਨੇ, ਨਹੀਂ ਕਹਿੰਦੇ ਨੇ ਘਰਾਂ ਜਾ ਕੇ ਤੁਸੀਂ ਆਪਣੀ ਕੁਆਰੰਟੀਨ 'ਚ ਰਹੋ। ਇਹੀ ਤਰੀਕਾ ਹੈ ਵਾਇਰਸ ਨੂੰ ਕੰਟਰੋਲ ਕਰਨ ਦਾ, ਇੱਕੋ ਹੀ ਤਰੀਕਾ ਹੈ। ਅਤੇ ਸੋਸ਼ਲ ਡਿਸਟੈਂਸਿੰਗ ਰੱਖੋ, ਬੱਚਿਆਂ ਨੂੰ ਇਕੱਠੇ ਨਾ ਹੋਣ ਦਿਓ। ਹੁਣ ਇਕੱਠੇ ਤਾਂ ਸਕੂਲਾਂ ਦੇ ਵਿੱਚ ਕੈਸੇ ਰੋਕੋਗੇ ਤੁਸੀਂ? ਬੈਂਚ 'ਤੇ ਬਹਿੰਦੇ ਨੇ ਜਾਂ ਖੇਡਦੇ ਨੇ ਜਾਂ ਕੁਛ, ਇੱਕ ਦੂਜੇ ਦੇ ਨਾਲ ਤਾਂ ਮਿਲਣਗੇ ਹੀ। ਕੋਈ ਫੁੱਟਬਾਲ ਖੇਡਦਾ ਹੈ, ਕੋਈ ਕੁਛ ਹੋਰ ਚੀਜ਼ ਖੇਡਦੇ, ਤੁਸੀਂ ਰੋਕ ਨਹੀਂ ਸਕਣਾ ਇਸ ਨੂੰ। ਲੇਕਿਨ ਅਸੀਂ ਸਕੂਲਾਂ ਨੂੰ ਇਹ ਜ਼ਰੂਰ ਕਿਹਾ ਕਿ ਇਹਦੇ ਦੌਰਾਨ ਕੋਈ ਇਨਕਰੀਜ਼ ਨਹੀਂ ਹੋਏਗੀ ਉਹਨਾਂ ਦੀ ਫੀਸ ਦੀ। ਇਸ ਸਾਲ ਮੈਂ ਇਹਨਾਂ ਨੂੰ ਭੇਜ ਚੁੱਕਿਆ ਆਰਡਰ ਕਿ ਕੋਈ ਤੁਸੀਂ ਜਿਹੜਾ 8% ਅਸੀਂ ਇਨਕਰੀਜ਼ ਅਲਾਉ ਕਰ ਦਿੰਦੇ ਹਾਂ ਆਪਣੇ ਪ੍ਰਾਈਵੇਟ ਸਕੂਲਸ ਨੂੰ ਕਿ ਤੁਸੀਂ 8% ਤਾਈਂ ਆਪਣਾ ਵਧਾ ਸਕਦੇ ਹੋ ਆਪਣੀ ਫੀਸ, ਉਹ ਨਹੀਂ ਹੋਣਗੀਆਂ ਇਸ ਸਾਲ। ਪਹਿਲੀ ਗੱਲ ਤਾਂ ਇਹ ਹੈ। ਦੂਸਰਾ, ਔਨਲਾਈਨ ਐਜੂਕੇਸ਼ਨ ਰੱਖਣ, ਕਿਉਂਕਿ ਸਾਨੂੰ ਨਹੀਂ ਪਤਾ। ਅੱਜ ਮੈਨੂੰ ਤੁਸੀਂ ਪੁੱਛੋ ਕਿ ਕਿੰਨੀ ਦੇਰ ਕੋਵਿਡ ਚੱਲੇਗਾ, ਉਹ ਵੀ ਸਵਾਲ ਹੈ ਇੱਕ ਤੁਹਾਡਾ। ਮੈਂ ਕੈਸੇ ਦੱਸਾਂ ਤੁਹਾਨੂੰ ਕਿ ਦੁਨੀਆ 'ਚ ਨਹੀਂ ਪਤਾ ਕੈਸੇ ਚੱਲ ਰਿਹਾ। ਨੋਬਡੀ ਨੋਜ਼। ਇਹ ਬਿਮਾਰੀ ਇਹੋ ਜਿਹੀ ਹੈ ਜਿਹੜੀ ਚਾਈਨਾ ਤੋਂ ਸ਼ੁਰੂ ਹੋਈ ਔਰ ਚਾਈਨਾ 'ਚ ਫਿਰ ਵਾਪਸ ਪਹੁੰਚ ਗਈ। ਅਮਰੀਕਾ ਦਾ ਦੇਖੋ ਕੀ ਹਾਲ ਹੈ, ਲੱਖਾਂ ਦੇ ਕਰੀਬ ਉੱਥੇ ਲੋਕ ਬਿਮਾਰ ਹੋ ਗਏ ਔਰ ਪਤਾ ਨਹੀਂ 70-80 ਹਜ਼ਾਰ ਦੇ ਕਰੀਬ ਤਾਂ ਮਰ ਗਏ ਨੇ ਉੱਥੇ। ਇਹ ਸਾਰੇ ਕਿਤੇ ਦੁਨੀਆ ਚੱਲ ਰਹੀ ਹੈ ਤਾਂ ਕੋਈ ਕੰਟਰੋਲ ਨਹੀਂ। ਨਾ ਸਾਨੂੰ ਪਤਾ ਹੈ ਬਿਮਾਰੀ ਬਾਰੇ, ਨਾ ਡਾਕਟਰਾਂ ਨੂੰ, ਸਾਇੰਟਿਸਟ ਨੂੰ, ਕਿਸੇ ਨੂੰ ਪਤਾ ਇਸ ਦੇ ਬਾਰੇ। ਤਾਂ ਇਹ ਕਰਕੇ ਸਕੂਲ ਸਾਨੂੰ ਬੰਦ ਰੱਖਣੇ ਪੈਣਗੇ ਜਦ ਤਾਈਂ ਕੁਛ ਇਹਦੀ ਜਾਣਕਾਰੀ ਨਹੀਂ ਹੁੰਦੀ ਔਰ ਇਹ ਨਹੀਂ ਪਤਾ ਲੱਗਦਾ ਕਿ ਇਹਦਾ ਅਸੀਂ ਕੈਸੇ ਇਲਾਜ ਇਹਦਾ ਕਰਾਂਗੇ।
ਸੋ ਇਹ ਤੁਹਾਨੂੰ ਇਹ ਤੁਹਾਨੂੰ ਔਖੀ ਘੜੀ ਤੁਹਾਨੂੰ ਕੱਟਣੀ ਪਊ। ਮੈਂ ਜਾਣਦਾ ਬੱਚਿਆਂ ਦੀ ਜਿਹੜੀ ਪੜ੍ਹਾਈ ਹੈ ਉਹ ਨਹੀਂ ਹੋਣੀ, ਲੇਕਿਨ ਔਨਲਾਈਨ ਤੁਸੀਂ ਅਗਰ ਜਿਹੜੇ ਸਕੂਲ ਕਰ ਸਕਦੇ ਨੇ ਤੁਸੀਂ ਕਰੋ। ਉਹਦੇ ਵਾਸਤੇ ਔਨਲਾਈਨ ਵਾਸਤੇ ਤਾਂ ਵੱਖ ਗੱਲ ਹੈ, ਲੇਕਿਨ ਹੋਰ ਕੋਈ ਬਿੱਲ ਨਹੀਂ ਤੁਸੀਂ ਲਾਉਣੇ। ਜੈਸੇ ਬਿਲਡਿੰਗ ਚਾਰਜਸ ਹੁੰਦੇ ਨੇ, ਟਰਾਂਸਪੋਰਟੇਸ਼ਨ ਚਾਰਜਸ, ਮੀਲ ਚਾਰਜਸ ਵਗੈਰਾ, ਇਹ ਨਹੀਂ ਲੱਗਣਗੇ। ਅਗਰ ਤੁਸੀਂ ਔਨਲਾਈਨ ਦੀ ਸਿਖਲਾਈ ਹੈ ਉਹਦਾ ਜਿਹੜਾ ਕੁਝ ਤੁਹਾਡਾ ਖਰਚਾ ਹੁੰਦਾ ਉਹ ਤੁਸੀਂ ਬੇਸ਼ੱਕ ਚਾਰਜ ਕਰ ਸਕਦੇ ਹੋ। ਤੋ ਇਹ ਗੱਲਾਂ ਅਸੀਂ ਕਈ ਚੀਜ਼ਾਂ ਇਹ ਪ੍ਰਾਈਵੇਟ ਸਕੂਲਸ ਨੂੰ ਲਿਖ ਕੇ ਭੇਜੀਆਂ ਨੇ, ਅਖਬਾਰ 'ਚ ਆ ਜਾਣਗੀਆਂ। ਔਰ ਮੈਂ ਆਸ ਕਰਦਾ ਕਿ ਤੁਸੀਂ ਆਪਣੇ ਬੱਚਿਆਂ ਨੂੰ ਪੜ੍ਹਾਓ ਜ਼ਰੂਰ। ਔਰ ਜੈਸੇ ਹੀ ਸਾਨੂੰ ਪਤਾ ਲੱਗਦਾ ਹੈ ਕਿ ਇਹ ਕੰਮ ਹੁਣ ਦਬਣ ਲੱਗ ਗਿਆ ਔਰ ਕੋਈ ਇਹਦਾ ਕੋਈ ਇਲਾਜ ਮਿਲ ਰਿਹਾ ਤਾਂ ਅਸੀਂ ਸਕੂਲ ਖੋਲ੍ਹ ਸਕਾਂਗੇ। ਇਹ ਤੁਹਾਡੇ ਬੱਚਿਆਂ ਦੀ ਬਿਹਤਰੀ ਵਾਸਤੇ ਹੈ, ਤੁਹਾਡੇ ਪਰਿਵਾਰ ਦੀ ਔਰ ਤੁਹਾਡੇ ਬੱਚਿਆਂ ਦੀ ਸਿਹਤ ਵਾਸਤੇ ਹੈ। ਐਂਡ ਆਈ ਐਮ ਨਾਟ ਵਿਲਿੰਗ ਟੂ ਟੇਕ ਰਿਸਕ। ਮੈਂ ਰਿਸਕ ਨਹੀਂ ਲਊਂਗਾ ਕਿ ਤੁਹਾਡੇ ਬੱਚਿਆਂ ਨੂੰ ਮੈਂ ਇੱਥੇ ਇਹੋ ਜਿਹੀ ਚੀਜ਼ 'ਚ ਫਸਾਵਾਂ ਜਿੱਥੇ ਉਹਨਾਂ ਨੂੰ ਬਿਮਾਰੀਆਂ ਹੋਣ ਜਿਹਦੇ ਤੋਂ ਸ਼ਾਇਦ ਨਿਕਲ ਨਾ ਸਕਣ। ਤੋ ਇਹ ਜ਼ਰੂਰੀ ਹੈ, ਮੇਰੀ ਜ਼ਿੰਮੇਵਾਰੀ ਹੈ ਔਰ ਮੈਂ ਆਸ ਕਰਦਾ ਕਿ ਤੁਸੀਂ ਇਸ ਜ਼ਿੰਮੇਵਾਰੀ ਦਾ ਮੇਰਾ ਸਾਥ ਦਿਓਗੇ। ਖੁਸ਼ੀਆਂ ਇਸ ਗੱਲ ਦੀਆਂ ਜ਼ਰੂਰ ਨੇ ਕਿ ਜੈਸੇ ਤੁਸੀਂ ਮੈਨੂੰ ਇਹ ਵੀ ਪੁੱਛਿਆ ਸੀ ਫਸਲ ਦੇ ਬਾਰੇ ਕਿ ਤੁਸੀਂ ਹੁਣ ਸਾਉਣੀ ਆ ਰਹੀ ਹੈ, ਸਾਉਣੀ ਦੀ ਆਪਾਂ ਫਸਲ ਕੀ ਕਰਾਂਗੇ। ਪਹਿਲਾ ਗੱਲ ਤਾਂ ਇਹ ਹੈ ਵਧਾਈ ਤੁਹਾਨੂੰ ਕਿ 123 ਲੱਖ ਟਨ ਆਪਣੀ ਕਣਕ ਆ ਚੁੱਕੀ ਹੈ ਔਰ ਦਿਨ ਪਰ ਦਿਨ 1 ਲੱਖ ਸਵਾ ਲੱਖ ਡੇਲੀ ਆ ਰਹੀ ਹੈ। ਦੇਖਦੇ ਹਾਂ ਕਿੱਥੇ ਤਾਈਂ ਪਹੁੰਚਦੀ ਹੈ, ਲੇਕਿਨ ਇਹ ਕਿਸਾਨਾਂ ਦੀ ਹਿੰਮਤ ਹੈ, ਤੁਹਾਡੇ ਸਾਰਿਆਂ ਦੀ ਹਿੰਮਤ ਹੈ ਜਿਨ੍ਹਾਂ ਦੇ ਕਰਕੇ ਇਹ ਹੋਇਆ। ਤੁਸੀਂ ਮੈਨੂੰ ਫਿਰ ਪੁੱਛਿਆ ਸੀ ਕਿ ਸਾਉਣੀ ਦੇ ਬਾਰੇ ਕਿ ਅਸੀਂ 1 ਜੂਨ ਤੋਂ ਸ਼ੁਰੂ ਕਰਨਾ ਚਾਹੁੰਦੇ ਹਾਂ। 1 ਜੂਨ ਤੋਂ ਤੁਸੀਂ ਕਰੋਗੇ ਨਾ ਝੋਨੇ ਨੂੰ ਸ਼ੁਰੂ, ਉਹ ਤਾਂ ਅਗਸਤ ਦੀ ਅਖੀਰ ਦੇ ਪਹਿਲੇ ਹਫ਼ਤੇ ਸਪਟੈਂਬਰ ਦੇ ਵਿੱਚ ਪੱਕ ਜੂਗੀ। ਤੁਸੀਂ ਕੱਟੋਗੇ ਕੈਸੇ, ਵੱਢੋਗੇ ਕੈਸੇ, ਉਹਦੀ ਮੋਇਸਚਰ ਲੈਵਲ ਇੰਨੀ ਹਾਈ ਹੋ ਜਾਣੀ। ਇਸ ਕਰਕੇ ਇਹ ਨਾ ਤੁਸੀਂ ਗਲਤੀ ਕਰ ਬੈਠਣਾ। ਅਸੀਂ 10 ਤਰੀਕ ਤੁਹਾਨੂੰ ਦਿੱਤੀ ਹੈ, ਅਗਰ ਤੁਸੀਂ 1 ਜੂਨ ਤੋਂ ਲਿਆਉਂਦੇ ਹੋ ਤਾਂ ਤੁਹਾਡੀ 25 ਅਗਸਤ ਤਾਈਂ ਪੱਕ ਜਾਣੀ ਹੈ, ਜਦ ਸਭ ਤੋਂ ਜ਼ਿਆਦਾ ਬਾਰਿਸ਼ ਉਦੋਂ ਹੁੰਦੀ ਹੈ। ਕਿ ਇਹਦਾ ਫਾਇਦਾ ਕੀ ਹੈ ਦੱਸੋ ਪਹਿਲਾਂ ਸ਼ੁਰੂ ਕਰਨ ਤੋਂ। ਤਾਂ ਤੁਸੀਂ ਇਹ ਮੇਰੀ ਗੱਲ ਮੰਨੋ, 10 ਜੂਨ ਠੀਕ ਟਾਈਮ ਹੈ। ਉਹ ਫਿਰ ਸਪਟੈਂਬਰ ਵਿਚਾਲੇ ਜਾ ਕੇ ਇਹ ਪੱਕੂਗੀ, ਉਦੋਂ ਤੁਸੀਂ ਇਸ ਨੂੰ ਵਾਢੀ 'ਚ ਲੱਗ ਸਕਦੀ ਹੈ ਔਰ ਮੰਡੀ 'ਚ ਆ ਸਕਦੀ ਹੈ। ਤਾਂ ਇਹ ਗੱਲ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਸੀ। ਹੋਰ ਥੋੜ੍ਹੇ ਸਵਾਲ ਸੇ। ਸਰਕਾਰ ਗਵਰਨਮੈਂਟ ਆਫ ਇੰਡੀਆ ਨੂੰ ਫਲਾਈਟਾਂ ਅਤੇ ਟ੍ਰੇਨ ਲਾਉਣੇ ਚਾਹੀਦੇ ਨੇ, ਮੈਂ ਸਮਝਦਾ ਲਾਉਣੇ ਚਾਹੀਦੇ ਨੇ। ਔਰ ਫਲਾਈਟਾਂ ਤਾਂ ਜੈਸੇ ਮੈਂ ਤੁਹਾਨੂੰ ਕਿਹਾ ਲੋਕਾਂ ਨੂੰ ਲੈ ਕੇ ਆ ਰਹੇ ਨੇ ਬਾਹਰੋਂ, ਔਰ ਟ੍ਰੇਨਾਂ ਤਾਂ ਹੁਣ ਚੱਲ ਹੀ ਰਹੀਆਂ ਨੇ। ਅਸੀਂ ਜਿਹੜੇ ਆਪਣੇ ਬੰਦੇ ਜਾ ਰਹੇ ਨੇ ਤਾਂ ਇਸ ਤੋਂ ਬਾਅਦ ਜਦੋਂ ਬੰਦਿਆਂ ਨੂੰ ਪਹੁੰਚਾ ਦੇਣ ਆਪਣੇ ਆਪਣੇ ਸੂਬਿਆਂ ਦੇ ਵਿੱਚ, ਉਸ ਤੋਂ ਬਾਅਦ ਇਹਨਾਂ ਨੂੰ ਚਾਲੂ ਕਰਨਾ ਚਾਹੀਦਾ। ਮੈਂ ਇਹਦੇ ਸਹਿਮਤ ਹਾਂ। ਤੁਸੀਂ ਇਹ ਵੀ ਕਿਹਾ ਕਿ ਮੈਂ ਇੱਕ ਛੋਟਾ ਇਹ ਸੰਗਰੂਰ ਤੋਂ ਆਇਆ ਕਿ ਮੈਂ ਇੱਕ ਛੋਟਾ ਬਿਜ਼ਨਸਮੈਨ ਹੈ ਲੁਧਿਆਣੇ ਤੋਂ, ਅਤੇ ਮੈਂ ਪਿਛਲੇ 2 ਮਹੀਨਿਆਂ 'ਚ ਮੇਰੀ ਕੋਈ ਕਮਾਈ ਨਹੀਂ ਹੋਈ। ਮੈਂ ਆਪਣਾ ਬਿਜ਼ਨਸ ਕੈਸੇ ਖੋਲ੍ਹ ਸਕਦਾ? ਦੁਕਾਨ ਹੋਣੀ ਹੈ, ਉਹਦੀ ਕੁਛ ਛੋਟਾ ਜਿਹਾ ਕੰਮ ਹੋਣਾ। ਅਸੀਂ ਇਹਦਾ ਅਗਲੇ 2 ਦਿਨਾਂ ਦੇ ਵਿੱਚ ਤੁਹਾਨੂੰ ਪੂਰਾ ਇਹਦਾ ਕੱਢ ਕੇ ਦੇਵਾਂਗੇ। ਅਸੀਂ ਵੱਧ ਤੋਂ ਵੱਧ ਤੁਹਾਡੇ ਛੋਟੇ ਬਿਜ਼ਨਸਿਸ ਜਿਹੜੀਆਂ ਨੇ, ਤੁਹਾਡੇ ਦੁਕਾਨਾਂ ਨੇ, ਉਹ 18 ਤਰੀਕ ਨੂੰ ਤੁਹਾਨੂੰ ਪਤਾ ਹੈ ਸਾਡਾ ਲੋਕਡਾਊਨ ਇਹ ਪਹਿਲਾ ਨੰਬਰ 3 ਲੋਕਡਾਊਨ ਖਤਮ ਹੋ ਰਿਹਾ ਔਰ ਉਸ ਤੋਂ ਬਾਅਦ ਆਪਾਂ ਨੇ ਫੈਸਲਾ ਕਰਨਾ ਚੌਥੇ ਲੋਕਡਾਊਨ ਦਾ। ਲੇਕਿਨ 18 ਤਰੀਕ ਨੂੰ ਮੈਂ ਤੁਹਾਡੀਆਂ ਵੱਧ ਤੋਂ ਵੱਧ ਦੁਕਾਨਾਂ ਔਰ ਬਿਜ਼ਨਸਿਸ ਤੁਹਾਡਾ ਖੋਲ੍ਹਾਂਗਾ ਜਿੱਥੇ ਕੰਟੇਨਮੈਂਟ ਏਰੀਆਜ਼। ਹੁਣ ਮੈਨੂੰ ਇਹ ਰੈੱਡ, ਔਰੇਂਜ ਅਤੇ ਹਰਾ, ਇਹ ਜਿਹੜਾ ਲਾਲ, ਕੇਸਰੀ ਅਤੇ ਹਰਾ ਜਿਹੜੇ ਰੰਗ ਰੱਖੇ ਨੇ, ਮੈਂ ਇਹਦੇ ਨਾਲ ਕੋਈ ਸਹਿਮਤ ਨਹੀਂ। ਮੈਂ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਵੀ ਕਿਹਾ ਸੀ ਉਸ ਦਿਨ ਬੋਲਦੇ ਹੋਏ ਕਿ ਇਹ ਗੱਲਾਂ ਮੈਨੂੰ ਨਹੀਂ ਪਤਾ, ਇਹ ਸਾਨੂੰ ਪਤਾ ਹੈ ਪੰਜਾਬ ਦੇ ਵਿੱਚ ਕੀ ਹਾਲਾਤ ਨੇ, ਚੀਫ ਮਿਨਿਸਟਰ ਹੋਰ ਸੂਬਿਆਂ ਦਾ ਨੂੰ ਪਤਾ ਹੈ। ਸਾਨੂੰ ਸਾਡੇ 'ਤੇ ਛੱਡੋ ਕਿ ਅਸੀਂ ਕੀ ਕਰਾਂਗੇ। ਅਤੇ ਅਸੀਂ ਹੁਣ ਰੱਖਾਂਗੇ ਕਨਫਾਈਨਮੈਂਟ ਜ਼ੋਨ ਜਾਂ ਨਾਨ ਕਨਫਾਈਨਮੈਂਟ ਜ਼ੋਨ। ਕਨਫਾਈਨਮੈਂਟ ਜ਼ੋਨ ਦੇ ਜਿੱਥੇ ਬਿਮਾਰੀ ਆ ਉੱਥੇ ਮੁਹੱਲੇ ਨੂੰ ਸੀਲ ਆਫ ਕਰਕੇ ਬਾਕੀ ਸ਼ਹਿਰ ਮੇਰੇ ਖੋਲ੍ਹਣ ਦਾ ਪੂਰਾ ਇਰਾਦਾ ਹੈ ਔਰ 18 ਤਰੀਕ ਨੂੰ ਅਸੀਂ ਇਹ ਕਰਾਂਗੇ ਤਾਂ ਕਿ ਤੁਸੀਂ ਆਪਣੇ ਬਿਜ਼ਨਸਿਸ ਉੱਥੇ ਚਲਾ ਸਕੋ। ਮੈਨੂੰ ਅਫਸੋਸ ਹੈ ਕਿ ਤੁਹਾਡਾ ਨੁਕਸਾਨ ਹੋਇਆ, ਲੇਕਿਨ ਕਰੀਏ ਕੀ, ਇਹ ਤਾਂ ਸਾਡੇ ਸਾਰਿਆਂ ਦੇ ਹੱਥ ਤੋਂ ਬਾਹਰ ਸੀ ਗੱਲ। ਔਰ ਅਸੀਂ ਪਹਿਲਾਂ ਮੇਰੇ ਵਾਸਤੇ ਪੰਜਾਬੀਆਂ ਦੀ ਜਾਨ ਦਾ ਖਤਰਾ ਸੀ, ਉਹ ਦੂਰ ਕਰਨਾ ਸੀ। ਤੁਹਾਡੀ ਜਾਨਾਂ ਬਚਾਉਣੀਆਂ ਸੀ, ਤੁਹਾਡੇ ਇਹ ਪਰਿਵਾਰਾਂ ਨੂੰ ਇਸ ਬਿਮਾਰੀ ਤੋਂ ਦੂਰ ਰੱਖਣਾ ਸੀ। ਇਹ ਮੇਰਾ ਪਹਿਲਾ ਸੀ। ਉਸ ਤੋਂ ਬਾਅਦ ਸੀ ਬਿਜ਼ਨਸ, ਇੰਡਸਟਰੀ ਵਗੈਰਾ। ਲੇਕਿਨ ਹੁਣ ਸਮੇਂ ਆ ਗਿਆ, ਕਿਉਂਕਿ ਮੈਨੂੰ ਪਤਾ ਹੈ ਕਈ ਲੋਕ ਤਾਂ ਜੋ ਦੁਕਾਨਾਂ ਤੋਂ ਕਮਾਉਂਦੇ ਨੇ ਉਹੀ ਖਾਂਦੇ ਨੇ, ਅਤੇ ਇਸ ਤਰੀਕੇ ਨਾਲ 2 ਹਫ਼ਤੇ 2 ਮਹੀਨੇ ਤਾਂ ਬਹੁਤ ਲੰਬਾ ਹੋ ਜਾਂਦਾ ਅਰਸਾ। ਤਾਂ ਇਸ ਕਰਕੇ ਇਹਦਾ ਅਸੀਂ 18 ਤਰੀਕ ਨੂੰ ਐਲਾਨ ਕਰਾਂਗੇ ਤਾਂ ਕਿ ਤੁਸੀਂ ਆਪਣੇ ਵਿੱਚ ਉੱਥੇ ਕੰਮ ਚਲਾ ਸਕੋ।
ਲੌਂਗ ਟਰਮ ਇਫੈਕਟ ਤੁਸੀਂ ਪੁੱਛਿਆ, ਇਹ ਜਲੰਧਰ ਤੋਂ ਆਇਆ ਰਿਸ਼ੀ ਮਲਹੋਤਰਾ ਜੀ ਦਾ ਸਵਾਲ ਕਿ ਲੌਂਗ ਟਰਮ ਇਫੈਕਟ ਕੋਵਿਡ ਦਾ ਸਾਡੇ 'ਤੇ ਕੀ ਹੈ। ਮੈਂ ਦੇਖੋ, ਇਹ ਇੱਕ ਬਿਮਾਰੀ ਹੈ, ਹਰ ਬਿਮਾਰੀ ਤੋਂ ਜਿਹੜਾ ਲੰਘ ਜਾਂਦਾ ਹੈ ਉਹ ਫਿਰ ਠੀਕ ਹੋ ਜਾਂਦਾ ਹੈ ਤਾਂ ਸਿਹਤ ਠੀਕ ਹੋ ਜਾਂਦੀ ਹੈ। ਔਰ ਵਾਹਿਗੁਰੂ ਕਰੇ ਇਹ ਬਿਮਾਰੀ ਕੋਈ ਲੌਂਗ ਟਰਮ ਕੋਈ ਅਸਰ ਨਾ ਪਵੇ ਕਿਸੇ 'ਤੇ, ਤੁਸੀਂ ਠੀਕ ਹੋ ਜਾਓਗੇ। ਜੋ ਪਤਾ ਲੱਗ ਰਿਹਾ, ਜੋ ਇੱਥੇ ਦੇ ਪੰਜਾਬ ਦੇ ਵਿੱਚ ਵੀ ਅੱਜ ਵੀ ਮੈਂ ਗੱਲ ਕਰ ਰਿਹਾ ਸੀ, ਕਪੂਰਥਲੇ 'ਚ 17 ਬੰਦੇ ਜਿਹੜੇ ਕੋਵਿਡ ਤੋਂ ਹੁਣ ਠੀਕ ਹੋਏ ਨੇ, ਉਹ ਕਹਿੰਦੇ ਸੀ ਅਸੀਂ ਚੜ੍ਹਦੀ ਕਲਾ 'ਚ ਹੈ, ਅਸੀਂ ਬੜੇ ਤਕੜੇ ਹਾਂ, ਸਭ ਕੁਛ ਠੀਕ ਹੈ। ਔਰ ਮੇਰਾ ਖਿਆਲ ਇੱਕ ਵਾਰ ਤੁਸੀਂ ਤੁਹਾਡੀ ਸਿਹਤ ਠੀਕ ਹੋ ਜਾਏ ਇਹ ਬਿਮਾਰੀ ਤੋਂ ਬਾਅਦ, ਬਿਲਕੁਲ ਤੁਸੀਂ ਠੀਕ ਰਹੋਗੇ, ਤਾਂ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ। ਔਰ ਤੁਸੀਂ ਬਸ ਤਗੜੇ ਤਰੀਕੇ ਨਾਲ ਫਿਰ ਜਿਹੜਾ ਕੰਮ ਛੱਡਿਆ ਹੋਇਆ ਉਸ 'ਤੇ ਲੱਗੋ। ਇੰਡਸਟਰੀਅਲਿਸਟ ਦਾ ਇੱਕ ਹੋਰ ਆਇਆ ਕਿ ਵੀ ਆਰ ਨਾਟ ਗੈਟਿੰਗ ਚਾਂਸ ਟੂ ਓਪਨ ਫੈਕਟਰੀਜ਼ ਥੋੜ੍ਹੀਆਂ ਖੁਲਾਤੀਆਂ ਵੱਡੀਆਂ, ਜਿਹੜੇ ਨੌਨ ਰੈੱਡ ਜ਼ੋਨ, ਜਿਹੜਾ ਕੰਟੇਨਮੈਂਟ ਜ਼ੋਨ ਦੇ ਵਿੱਚੋਂ ਉਹ ਤਾਂ ਖੁੱਲ੍ਹ ਗਈਆਂ ਨੇ। ਬਾਕੀ ਮੈਂ ਤੁਹਾਨੂੰ 18 ਨੂੰ ਜਿਹੜੇ ਛੋਟੇ ਬਿਜ਼ਨਸਿਸ ਕਿਤੇ ਜਿਹੜੇ ਲੋਕ ਕਹਿੰਦੇ ਨੇ ਕਿ ਉਹ ਔਰੇਂਜ ਜ਼ੋਨ ਜਾਂ ਰੈੱਡ ਜ਼ੋਨ ਹੈ, ਜਿਹੜੀ ਮੈਂ ਚੱਕ ਦਿੱਤੀ ਹੈ। ਮੈਂ ਤਾਂ ਕਹਿੰਦਾ ਕਿ ਕਨਫਾਈਨਮੈਂਟ ਜ਼ੋਨ ਹੈ ਜਾਂ ਨਾਨ ਕਨਫਾਈਨਮੈਂਟ ਜ਼ੋਨ। ਕਨਫਾਈਨਮੈਂਟ ਜ਼ੋਨ ਵਿੱਚ ਜਿੱਥੇ ਮੁਹੱਲਾ ਹੈ ਉਸ ਨੂੰ ਆਈਸੋਲੇਟ ਕਰਾਂਗੇ, ਇਹਦੇ ਇੱਕ ਬਫਰ ਜ਼ੋਨ ਛੱਡ ਦਾਂਗੇ ਔਰ ਬਾਕੀ ਅਸੀਂ ਸਭ ਕੁਝ ਖੋਲ੍ਹ ਦਾਂਗੇ। ਤਾਂ ਔਰ ਇਹੀ ਮੈਂ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਕਿਹਾ ਸੀ ਕਿ ਤੁਸੀਂ ਇਸ ਕੰਮ ਦਾ ਸਾਨੂੰ ਛੁੱਟ ਦਿਓ ਤਾਂ ਕਿ ਸਾਨੂੰ ਪਤਾ ਹੈ ਸਾਡੇ ਵਿੱਚ ਕੈਸੇ ਆ, ਸਾਡੇ ਡਿਪਟੀ ਕਮਿਸ਼ਨਰ, ਸਾਡੀ ਐਡਮਿਨਿਸਟ੍ਰੇਸ਼ਨ ਆਪ ਹੀ ਸਾਂਭੂਗੀ ਇਸ ਨੂੰ, ਇਹ ਵਾਰੀ ਕਰਨ ਦੀ ਲੋੜ ਨਹੀਂ। ਲੇਕਿਨ ਮੈਂ ਚਾਹੁੰਦਾ ਕਿ ਜ਼ਿਆਦਾ ਤੋਂ ਜ਼ਿਆਦਾ ਸਾਡੀ ਕਾਮਰਸ ਵਧੇ, ਸਾਡੀ ਬਿਜ਼ਨਸ ਵਧੇ, ਸਾਡੀ ਇੰਡਸਟਰੀ ਵਧੇ ਔਰ ਸਾਡੇ ਲੋਕਾਂ ਦੀ ਨੌਕਰੀਆਂ ਵਧਣ ਔਰ ਤੁਹਾਡੇ ਆਮਦਨ ਦੇ ਸਾਧਨ ਬਣਨ। ਇਹ ਹੁਣ ਉਸ ਕੰਮ 'ਤੇ ਆ ਗਏ ਅਸੀਂ ਔਰ ਉਸ ਕੰਮ 'ਤੇ ਅਸੀਂ ਪੂਰਾ ਜ਼ੋਰ ਤੁਹਾਡੇ ਨਾਲ ਲੱਗਣਾ ਹੈ। ਜਿਹੜੀ ਤੁਸੀਂ ਦੋ ਗੱਲਾਂ ਕਹੀਆਂ ਸੀਆਂ ਇੰਡਸਟਰੀ ਵਾਸਤੇ ਸਟੀਮੂਲਸ ਜਾਂ ਹੈਲਪ EMI ਵਗੈਰਾ, ਇਹ ਗਵਰਨਮੈਂਟ ਆਫ ਇੰਡੀਆ ਦੇ ਹੱਥ ਵਿੱਚ ਹੈ। ਅਸੀਂ ਇਹਦੇ ਬਾਰੇ 26 ਮਾਰਚ ਨੂੰ ਮੈਂ ਇੱਕ ਚਿੱਠੀ ਲਿਖ ਚੁੱਕੇ ਹਾਂ ਪ੍ਰਾਈਮ ਮਿਨਿਸਟਰ ਨੂੰ ਔਰ ਮੈਂ ਉਸ ਨੂੰ ਫੋਲੋ ਅਪ ਕਰਾਂਗਾ ਕਿ ਜਿਹੜੇ ਹੁਣ ਤੁਸੀਂ ਐਲਾਨ ਕਰ ਰਹੇ ਹੋ ਯਾਨੀ ਕਿ 20 ਲੱਖ ਕਰੋੜ ਅਸੀਂ ਪੂਰੇ ਹਿੰਦੁਸਤਾਨ ਦੇਣਾ, ਉਹ ਉਹਨਾਂ ਕੀ ਦੇਣਾ ਹੈ, ਕੈਸੇ ਦੇਣਾ ਹੈ, ਕੀ ਕੁਝ ਕਰਨਾ ਹੈ, ਉਹ ਅਸੀਂ ਲਿਖ ਰਹੇ ਹਾਂ ਲੈਟਰ। ਇੱਕ ਮੈਂ 20 ਮਾਰਚ ਨੂੰ ਇਸ ਤੋਂ ਬਹੁਤ ਪਹਿਲਾਂ ਇੱਕ ਮੈਂ ਲੈਟਰ ਲਿਖ ਚੁੱਕਿਆ ਸੀ ਜੋ ਮੈਂ ਠੀਕ ਸਮਝਦਾ ਸੀ ਕਿ ਗੱਲਾਂ ਹੋਣੀਆਂ ਚਾਹੀਦੀਆਂ ਨੇ। ਹੁਣ ਇਹਨਾਂ ਦੀ ਅਨਾਊਂਸਮੈਂਟ ਤੋਂ ਬਾਅਦ, ਦਿੱਲੀ ਦੀ ਅਨਾਊਂਸਮੈਂਟ ਤੋਂ ਬਾਅਦ ਮੈਂ ਉਹ ਗੱਲਾਂ ਨੂੰ ਇੱਕ ਅਮਲੀ ਜਾਮਾ ਬਣਾ ਕੇ ਇਹ ਮੈਂ ਲਿਖਣਾ ਚਾਹੁੰਦਾ ਹਾਂ ਦੁਬਾਰਾ ਕਿ ਫਲਾਣੀ 1 2 3 4 ਇਹ ਪੁਆਇੰਟਸ ਬਣਾ ਕੇ ਕਿ ਇਹਨਾਂ ਦੇ ਵਿੱਚ ਤੁਸੀਂ ਸਾਡੀ ਇਸ ਤਰੀਕੇ ਨਾਲ ਹੈਲਪ ਕਰ ਸਕਦੇ ਹੋ ਜੋ ਤੁਸੀਂ ਐਲਾਨ ਕੀਤਾ ਹੈ। ਆਈ ਐਗਰੀ ਵਿਥ ਯੂ, ਜਿਹੜੀ ਤੁਸੀਂ ਗੱਲ ਕਹੀ ਹੈ ਕਿ ਐਡੀਸ਼ਨਲ ਫਸਲ ਦਾਣਾ ਵਗੈਰਾ ਖਾਣਾ ਵਗੈਰਾ ਦੇਣਾ ਚਾਹੀਦਾ ਹੈ ਗਰੀਬਾਂ ਵਾਸਤੇ ਔਰ ਤੁਹਾਨੂੰ ਇਹ ਬੁਰਾ ਲੱਗਦਾ ਹੈ, ਬੁਰਾ ਤਾਂ ਮੈਨੂੰ ਵੀ ਲੱਗਦਾ ਹੈ। ਲੇਕਿਨ ਜਿਹੜਾ ਬੰਦਾ ਆਪਣੇ ਬੱਚੇ ਨੂੰ ਰੋਟੀ ਨਹੀਂ ਖਵਾ ਸਕਦਾ ਉਹ ਫਿਰ ਸਾਡੀ ਡਿਊਟੀ ਬਣ ਜਾਂਦੀ ਹੈ। ਤੁਹਾਨੂੰ ਪਤਾ ਕਿੰਨਾ ਅਸੀਂ ਦੇ ਚੁੱਕੇ ਹਾਂ ਇਸ ਵੇਲੇ, 1 ਕਰੋੜ ਪੈਕੇਟ ਅਸੀਂ ਦੇ ਚੁੱਕੇ ਹਾਂ, 3 ਕਰੋੜ ਦੀ ਆਪਣੀ ਆਬਾਦੀ ਹੈ। ਲੇਕਿਨ ਹਾਲੇ ਵੀ ਲੋਕਾਂ ਨੂੰ ਪੂਰੀ ਰੋਟੀ ਨਹੀਂ ਮਿਲ ਰਹੀ ਕਿਉਂਕਿ ਇਹ ਜਿਹੜੇ ਮਾਈਗਰੈਂਟ ਲੇਬਰ ਹੈ ਜਾਂ ਆਪਣੀ ਲੇਬਰ ਹੈ ਜਾਂ BPL ਸਾਡੀ ਫੈਮਿਲੀਜ਼ ਨੇ। ਹੁਣ ਮਾਈਗਰੈਂਟ ਲੇਬਰ ਤਾਂ 13 ਲੱਖ ਬੈਠੀ ਹੈ, ਉਹ ਜਦੋਂ ਉਹਨਾਂ ਨੂੰ ਕੋਈ ਨੌਕਰੀ ਨਾ ਮਿਲੇ ਤਾਂ ਫਿਰ ਉਹ ਵਿਚਾਰੇ ਰੋਟੀ ਖਾਣਗੇ ਕਿੱਥੋਂ, ਤਾਂ ਦਿਹਾੜੀਦਾਰ ਨੇ ਸਾਰੇ। ਇਸ ਕਰਕੇ ਸਾਨੂੰ ਰੋਟੀ ਦੇਣੀ ਪੈ ਰਹੀ ਔਰ ਚੱਲ ਰਹੀ ਹੈ ਇਸ ਵੇਲੇ, ਬੰਦ ਨਹੀਂ ਹੋ ਰਹੀ, ਅਸੀਂ ਬੰਦ ਨਹੀਂ ਕਰਾਂਗੇ। ਅਸੀਂ ਜਿਹੜਾ ਭੁੱਖਾ, ਮੈਂ ਪਹਿਲਾਂ ਕਿਹਾ ਇੱਕ ਵਾਰ, ਪੰਜਾਬ ਦੇ ਵਿੱਚ ਅਸੀਂ ਕਿਸੇ ਨੂੰ ਭੁੱਖੇ ਸੌਣ ਨਹੀਂ ਦੇਣਾ ਔਰ ਇਹੀ ਗੱਲ 'ਤੇ ਅਸੀਂ ਜੋ ਕੁਝ ਲੋੜ ਹੈ ਸਾਨੂੰ ਇਹ ਗਰੀਬਾਂ ਦੀ ਮਦਦ ਕਰਨ ਵਾਸਤੇ, ਇਹ ਸਾਡੀ ਸਾਰਿਆਂ ਦੀ ਡਿਊਟੀ ਬਣਦੀ ਹੈ ਔਰ ਸਰਕਾਰ ਦੀ ਡਿਊਟੀ ਬਣਦੀ ਹੈ ਕਿ ਉਹਨਾਂ ਨੂੰ ਅਸੀਂ ਪੂਰਾ ਉਹਨਾਂ ਦਾ ਰਾਸ਼ਨ ਪਾਣੀ ਸਾਰਾ ਦੇ ਸਕੀਏ। ਤੁਸੀਂ ਫਿਰ ਕਿਹਾ ਸੀ ਕਿ ਪੰਜਾਬ ਟਰਾਂਸਪੋਰਟ ਕਦੋਂ ਰਿਜ਼ਿਊਮ ਹੋ ਜਾਏਗੀ, ਇਹ ਮੈਂ ਤੁਹਾਨੂੰ ਦੱਸਦਾ 18 ਤਰੀਕ ਤੋਂ ਅਸੀਂ ਇਹਨੂੰ ਰਿਜ਼ਿਊਮ ਕਰਾਂਗੇ ਜਿੱਦਣ ਇਹ ਕੋਵਿਡ ਪਹਿਲਾਂ ਹੋਏਗਾ। ਹੁਣ ਮੈਂ ਕੋਵਿਡ ਦੇ ਬਾਰੇ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਕਿ 18 ਤਰੀਕ ਨੂੰ ਇਹ ਜਿਹੜਾ ਲੋਕਡਾਊਨ ਸੀ, ਨੰਬਰ 3 ਲੋਕਡਾਊਨ, ਇਹ ਬੰਦ ਹੋਣਾ। ਪਤਾ ਨਹੀਂ ਗਵਰਨਮੈਂਟ ਆਫ ਇੰਡੀਆ ਕੀ ਅਨਾਊਂਸ ਕਰ ਰਹੀ ਹੈ ਜਾਂ ਨਹੀਂ ਅਨਾਊਂਸ ਕਰ ਰਹੀ, ਲੇਕਿਨ ਮੈਂ ਇਸ ਗੱਲ ਨੂੰ ਅੱਗੇ ਲੈ ਕੇ ਜਾਵਾਂਗਾ। ਮੈਂ ਕਰਫਿਊ ਹਟਾ ਦੇਣੀ ਹੈ, ਕੋਈ ਕਰਫਿਊ ਨਹੀਂ ਹੋਏਗਾ ਪੰਜਾਬ 'ਚ 18 ਤਰੀਕ ਤੋਂ, ਲੇਕਿਨ ਲੋਕਡਾਊਨ ਅਸੀਂ ਰੱਖਾਂਗੇ। ਇਹ ਤੁਹਾਡੀ ਹਿੰਮਤ ਔਰ ਇਹ ਲੋਕਡਾਊਨ ਦਾ ਹੈ ਕਿ ਸਾਡੇ ਪੰਜਾਬ ਅੱਜ ਬਚਿਆ ਹੋਇਆ। ਅੱਜ ਹੁਣ ਜਿਹੜੇ ਦੇਖੋ, ਅਗਰ 60,000 ਲੋਕ ਬਾਹਰੋਂ ਆ ਜਾਣ ਅਤੇ 20 ਲੱਖ ਵਿਦੇਸ਼ਾਂ ਤੋਂ ਆ ਜਾਣ ਅਤੇ ਸਾਨੂੰ ਉਹਦਾ ਧਿਆਨ ਰੱਖਣਾ ਪਊ। ਅਸੀਂ ਉਹਨਾਂ ਨੂੰ ਕੁਆਰੰਟੀਨ 'ਚ ਪਾਵਾਂਗੇ ਸਾਰਿਆਂ ਨੂੰ, ਲੇਕਿਨ ਫਿਰ ਵੀ ਕੁਝ ਘੁੰਮਦੇ ਨੇ, ਉਦੋਂ ਜਦ ਅਸੀਂ ਆਉਂਦੇ ਨੇ ਉਦੋਂ ਤਾਂ ਲੱਗਦੇ ਨੇ ਪੋਜ਼ੀਟਿਵ, ਹਫ਼ਤੇ ਬਾਅਦ 10 ਦਿਨ ਬਾਅਦ ਫਿਰ ਉਹਨਾਂ ਨੂੰ ਕੋਈ ਬਿਮਾਰੀ ਲੱਗ ਜਾਂਦੀ ਹੈ ਕਿਉਂਕਿ ਬਿਮਾਰੀ 5ਵੇਂ ਔਰ 7ਵੇਂ ਦਿਨ ਦੇ ਦਰਮਿਆਨ ਇਹ ਦਿਖਦੀ ਹੈ। ਜਿਹਨੂੰ ਲੱਗ ਜਾਂਦੀ ਹੈ ਪਹਿਲੇ ਦਿਨ ਤਾਂ ਠੀਕ ਹੁੰਦਾ, ਤਾਂ ਜਦ ਪਾਲਮ ਆ ਜਾਏ ਉਦੋਂ ਤਾਂ ਠੀਕ ਲੱਗਦਾ, ਉਦੋਂ ਟੈਸਟ ਵੀ ਕਲੀਅਰ ਹੋਣਗੇ, ਲੇਕਿਨ ਹਫ਼ਤੇ 10 ਦਿਨ ਬਾਅਦ ਫਿਰ ਹੋ ਸਕਦਾ, ਫਿਰ ਕੀ ਕਰਾਂਗੇ।
तो इस करके सानू लॉकडाउन रखना पऊ जब तक सारे पंजाबी घर नहीं आते। लेकिन मैं ਉਹਦੇ 'ਚ राहत बड़ी देऊँगा, मैं राहत देऊँगा, लेकिन तुसी मेरा हुण साथ तुहानू देना पऊ। देखो मैं नहीं चाहता कि ये बीमारी ज़्यादा फैले इत्थे और तुसी भी तंग हो। तंगी जी लॉकडाउन की होंगी है, ये लोगों को तंग करने की गल है, लेकिन ये थोड़ी सेहत वास्ते है। और तुसी मेरा साथ दिता है, मैं थोनू बेनती की सी और 2 महीने तुसी मेरा साथ दे के आपां पंजाब बचा लिया। हुण मेरी एक थोनू बेनती हो रहा है कि मैं 31 मई ताईं इसनू फिर लेके जाऊँगा, बड़ी राहत मिलेगी उहदे च, लेकिन तुसी मेरा साथ देना है ताकि ये होर फैले ना। ये जिहड़े लोग आउणगे 60,000 एक और 20,000 होर 80,000 होर लोग पंजाब दे विच आउणगे, अगर ये लियाउणगे इसने थोड़ा कंट्रोल आपां नूं रखना पऊ। और वाहिगुरू करे 31 मार्च ताईं आपां नूं फिर अगे जाण दी लोड़ ना पवे, अगर आपां कंट्रोल कर सकीए। और कंट्रोल करना और इहदा संभाल करनी ये थोड़े हत्थ दे विच है। तो मैं आस करदा कि तुसी मेरी गल फिर मन्नोगे एक बार और आपां अपने पंजाब नूं इस बीमारी तो कढीए और आपां उसनूं बचाईए। एक सवाल तुसी कीता सी कि गवर्नमेंट दे विच तुसी रिक्रूटमेंट करोगे या नहीं। ये तुहानूं पता है कि असीं अपने पिछले बजट सैशन के दौरान ऐलान किया सी कि असीं 1 लाख नौकरियां इहदे विच इस साल दे विच करांगे। फिर कोविड शोविड हो गया शुरू, लेकिन ਇਹਦਾ मतलब ये नहीं कि असी नहीं करांगे, ये बिल्कुल करांगे। ये वास्ते असी हुण बना रहे हैं कि किस तरीके नाल असी रिक्रूटमेंट ड्राइव करनियां ने और कुछ दिनों में थोड़े सामने ये गल असी रखांगे ताकि जिन्होंने अपलाई करना है उस वास्ते करो। और असी इंटरव्यूज़ वगैरह का प्रबंध कर रहे हैं। एक तो ये है, एक मुकुल चोपड़ा जी ने पूछा मैनू कि GNDU का एग्जामिनेशन कदों रखा जाएगा। ये मसला तो है, ये वाइस चांसलर का और उन्होंने अपने फैसलों का, लेकिन जो मैनू पता लगे है कि UGC ने बोर्ड एग्जाम्स अर्ली अपने यूनिवर्सिटी के एग्जाम्स अर्ली जुलाई के वो रखना चाहते हैं और बोर्ड एग्जाम CBSE के भी जुलाई के वास्ते शेड्यूल हुए हैं। लेकिन ये अनाउंसमेंट तो फिर वाइस चांसलर साहब करेंगे किस तरीके नाल UGC नाल गल करके किस तरीके नाल करना चाहते हैं। तीसरा जिहड़ा मैं एक होर सवाल थोड़े नाल करना चाहुंदा है, जिहड़ा मैं समझदा है कि तुसी बड़ी सोच के तुसी मैनू पुछया कि ओपोजिशन पार्टीज़ थोड़े ते इल्ज़ाम वगैरह लाउंदियां ने, तुसी की समझदे हो उसके बारे। देखो गल ये लड़ाई है साडे भविख दी, अपने बच्चों के भविख की, थोड़े परिवारों के भविख की, पंजाब के हिंदुस्तान के भविख की। और मैं सारे ओपोजिशन पार्टियां नूं सद्दिया सी और मैं उन्होंने बुलाया कि सारे ने मैनू भरोसा दिता सी, हर पार्टी ने, कि असी थोड़ा इस कोविड दे बीमारी के समय थोड़ा पूरी सपोर्ट करांगे। अगर हुण वो भुल गए ने अपना जिहड़ा वायदा मेरे नाल कीता सी और हुण सियासत नूं अगे लिआए ने, फिर मैं की कह सकदा इहदे बारे। वैसे उन्होंने सोचना चाहिए कि ये पंजाब दे और पंजाब के लोगों का भविख है और जदों ताईं ये लड़ाई मुकदी नहीं और आपां इहदे फतेह नहीं आपां इत्थे होवांगे तो ये गल पंजाब दे विच फैलदी रहू। और इस करके साडा साथ होना चाहिए सी उन्हां दा। और मैं अज भी आस करदा कि जिहड़ा भरोसा उन्होंने मैनू दिता है वो इस कोविड तो अलावा जो मर्जी करो सियासत, लेकिन कोविड विच साडा साथ दिओ ताकि आपां पंजाब नूं और पंजाबियां नूं इस और अपने बच्चों नूं इस तो बचा सकीए। मैनू एक महिंदरपाल जी ने जलंधर तो लिखी है चिट्ठी कि और जान एक पास लेना चाहते से उन्होंने पास नहीं मिला। ये मैनू हैरानी लगती है इस गल की, क्योंकि डिप्टी कमिश्नर और SSPs नूं दस्सिया गया है कि जो अपने पास लैके कुछ खास जरूरी काम करना चाहते हैं उन्होंने दिता जाए। तो मैं DC जलंधर नूं अज इनफॉर्म कर रहा महिंदरपाल जी कि थोनों ये प्रॉब्लम ना होवे और ये थोनों पास एकदम दिता जाए ताकि तुसी अपने फैमिली नूं जलंधर तो बठिंडे पहुँचा सको। ये और बाकी डिप्टी कमिश्नर भी दस रहे हैं कि जो है जी कोई हुंदे ने मंगा हुंदियां ने इन्होंने पूरियां करनियां चाहिए ने, वो अज मैं उन्होंने भेज रहा। और अखीर विच एक कोई गल रहेगी करन नूं और वो है थोड़ा धन्यवाद करना। देखो जिस तरीके नाल तुसी CM रिलीफ फंड वास्ते पैसे भेजे ने, मैं आस नहीं करता सी कि इस तरीके नाल पैसे पहुँचणगे। बहुत पैसे पहुँचे ने। ਉਹਦੀ पहली पेमेंट शायद थोनू पता लग्या होना है कि असी कीती सी, जिहड़े 2 साडे मुलाजम इस उन्होंने दी मौतां हो गई। एक तो DSP सेगे लुधियाने तो और दूसरे से रेवन्यू महकमे तो एक कानूगो से
ਉਹਨਾਂ ਦੋਨਾਂ ਨੂੰ ਅਸੀਂ ਇਹਦੀ ਜੋ ਦੇਣਾ ਸੀਗਾ ਉਹਨਾਂ ਨੂੰ ਰਿਲੀਫ ਵਗੈਰਾ ਉਹਨਾਂ ਦੇ ਪਰਿਵਾਰਾਂ ਨੂੰ ਅਸੀਂ ਦਿੱਤੀ ਹੈ। ਔਰ ਸਾਡੇ ਕੋਲ ਬਹੁਤ ਪੈਸੇ ਪਏ ਨੇ ਇਸ ਵੇਲੇ, ਕੋਈ ਇਹਦੀ ਤੰਗੀ ਨਹੀਂ, ਕੋਈ ਪ੍ਰੋਬਲਮ ਨਹੀਂ ਸਾਨੂੰ ਆਉਣੀ। ਲੇਕਿਨ ਧੰਨਵਾਦ ਤੁਹਾਡਾ, ਕਿਉਂਕਿ ਤੁਸੀਂ ਅਮਾਊਂਟਸ ਕੋਈ ਵੀ ਹੋਵੇ, ਤੁਸੀਂ ਆਪਣੇ ਦਿਲੋਂ ਆਪਣੇ ਪਿਆਰ ਨਾਲ ਇਹ ਭੇਜਿਆ ਆਪਣੇ ਪੰਜਾਬ ਵਾਸਤੇ, ਤਾਂ ਮੈਂ ਦਿਲੋਂ ਤੁਹਾਡਾ ਸਾਰਾ ਸ਼ੁਕਰਗੁਜ਼ਾਰ ਹੈ। ਅਤੇ ਮੇਰੇ ਵੀਰੋ ਭੈਣੋ, ਕੋਈ ਇਹੋ ਜਿਹੇ ਸਵਾਲ ਹੋਣ, ਕੋਈ ਗੱਲਾਂ ਹੋਣ ਜੋ ਤੁਹਾਡੇ ਮਨ 'ਚ ਨੇ, ਜੋ ਤੁਸੀਂ ਮੈਨੂੰ ਪੁੱਛਣਾ ਚਾਹੁੰਦੇ ਹੋ, ਮੈਂ ਤੁਹਾਨੂੰ ਦੱਸਿਆ ਹਰ ਹਫ਼ਤੇ ਮੈਂ ਇੱਕ ਦਿਨ ਇਹ ਤੁਹਾਡੇ ਨਾਲ ਇਹ ਗੱਲ ਕਰਿਆ ਕਰਾਂਗਾ। ਜ਼ਰੂਰ ਮੈਨੂੰ ਲਿਖ ਕੇ ਭੇਜੋ ਔਰ ਮੈਂ ਕੋਸ਼ਿਸ਼ ਕਰੂੰਗਾ ਕਿ ਸਾਰੀਆਂ ਗੱਲਾਂ ਦਾ ਤੁਹਾਨੂੰ ਜਵਾਬ ਦੇਵਾਂ। ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ।